ਅਖੇ ਜੀ ਤੁਸੀਂ ਕਹਿ ਦਿੰਦੇ ਹੋ ਗੁਰੂ ਗੋਬਿੰਦ ਸਿੰਘ ਨੇ 14 ਜੰਗਾਂ ਮੁਗਲਿਆ ਸਲਤਨਤ ਦੇ ਖਿਲਾਫ ਲੜੀਆਂ, ਤੁਸੀਂ 22 ਧਾਰ ਦੇ ਹਿੰਦੂ ਰਾਜਿਆਂ ਨੂੰ ਬਰੀ ਕਰਦੇ ਹੋ। ਕਿਸੇ ਨੇ ਬਰੀ ਨਹੀਂ ਕੀਤਾ। ਜਦੋਂ ਸਮਾਂ ਸੀਮਿਤ ਹੋਵੇ ਵਿਚਾਰ ਕਰਨ ਦਾ ਤੇ ਆਪਾਂ ਆਗੂ ਦਾ ਨਾਮ ਲੈਨੇ ਆ ਵੀ ਮੁਗਲਿਆ ਸਲਤਨਤ ਨਾਲ, ਔਰੰਗਜ਼ੇਬ ਨਾਲ ਗੁਰਾਂ ਨੇ 14 ਜੰਗਾਂ ਲੜੀਆਂ। ਜਿਵੇਂ ਇੰਦਰਾ ਗਾਂਧੀ ਦੇ ਹੁਕਮ ਵਿੱਚ ਭਾਰਤ ਦੀ ਫੌਜ ਨੇ ਅਕਾਲ ਤਖਤ ਢਾ ਦਿੱਤਾ। ਤੋ ਜਦੋਂ ਸਮਾਂ ਪੂਰਾ ਹੋਵੇ ਤੇ ਆਪਾਂ ਖੁੱਲ੍ਹ ਕੇ ਵਿਚਾਰ ਰੱਖਦੇ ਹਾਂ ਵੀ ਇੰਦਰਾ ਦੇ ਹੁਕਮ ਵਿੱਚ ਕੁਲਦੀਪ ਬਰਾੜ ਵਰਗਿਆਂ ਹਮਲਾ ਕੀਤਾ। ਜਦੋਂ ਸਮਾਂ ਸੀਮਿਤ ਹੋਵੇ ਤੇ ਮੋਟੀ ਗੱਲ ਕਰਾਂਗੇ ਵੀ ਇੰਦਰਾ ਨੇ ਅਕਾਲ ਤਖਤ ਢਵਾਇਆ। ਤੋ ਇੰਦਰਾ ਦਾ ਨਾਮ ਲਿਆ, ਇਹ ਕਿਵੇਂ ਸਮਝ ਲਓਗੇ ਤੁਸੀਂ ਵੀ ਕੁਲਦੀਪ ਬਰਾੜ ਨੂੰ ਆਜ਼ਾਦ ਕਰ ਦਿੱਤਾ? ਔਰੰਗਜ਼ੇਬ ਦਾ ਨਾਮ ਲਿਆ, ਤੁਸੀਂ ਕਿਵੇਂ ਤੁਹਮਤ ਲਾ ਸਕਦੇ ਹੋ ਵੀ 22 ਧਾਰੀਏ ਹਿੰਦੂ ਰਾਜਿਆਂ ਨੂੰ ਆਜ਼ਾਦ ਕਰ ਦਿੱਤਾ ਵੀ ਉਹ ਦੋਸ਼ੀ ਨਹੀਂ ਗੁਰੂ ਤੇ ਹਮਲਾ ਕਰਨ ਦੇ? 22 ਧਾਰੀਏ ਦੋਸ਼ੀ ਨੇ, ਕੋਈ ਦੋ ਰਾਏ ਨਹੀਂ, ਪਰ ਔਰੰਗਜ਼ੇਬ ਨੂੰ ਰਿਹਾ ਨਾ ਕਰੋ। 14 ਜੰਗਾਂ ਹੀ ਮੁਗਲਿਆ ਸਲਤਨਤ ਦੇ ਹੁਕਮ ਵਿੱਚ ਹੋਈਆਂ। ਕਠਪੁਤਲੀਆਂ ਨੇ ਨੱਚ ਰਹੇ ਨੇ ਗੁਲਾਮ ਰਾਜੇ ਜੋ ਹਿੰਦੂ ਸਨ, ਰਾਜਪੂਤ ਸਨ, ਔਰੰਗਜ਼ੇਬ ਦੇ ਹੁਕਮ ਵਿੱਚ। ਜਦੋਂ ਜ਼ਫਰਨਾਮਾ ਪੜ੍ਹਦੇ ਹੋ, ਇੱਕ ਸ਼ੇਰ, ਇੱਕ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 22 ਧਾਰ ਦੇ ਹਿੰਦੂ ਰਾਜਿਆਂ ਦੇ ਖਿਲਾਫ ਹੈ। ਬਾਕੀ 100 ਤੋਂ ਉੱਪਰ ਸ਼ੇਰ ਔਰੰਗਜ਼ੇਬ ਦੀ ਜ਼ੁਲਮੋ ਸਿਤਮ ਢਾਉਣ ਵਾਲੀ ਦੁਨੀਆ ਦੇ ਖਿਲਾਫ ਨੇ। ਸਾਫ਼ ਪਾਤਸ਼ਾਹ ਲਿਖਦੇ ਨੇ, ਕਸਮ ਮੁਸਫੇ ਖੁਫੀਆ ਗਰਈ ਖੁਰਮ ਨਾ ਫੌਜ਼ੇ ਅਜ਼ੀਜ਼ੇਰ ਸੁਮ ਅਫਕੁਨਮ। ਇੱਥੇ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ 'ਚ ਕਹਿੰਦੇ, ਔਰੰਗਜ਼ੇਬ ਆਨੰਦਪੁਰ ਤੇਰੀ ਝੂਠੀ ਕੁਰਾਨ ਦੀ ਕਸਮ ਕਰਕੇ ਮੈਂ ਛੱਡਿਆ ਤੇ ਦੇਖ ਮੇਰੀ ਫੌਜ ਲੰਗੜੀ ਹੋ ਗਈ। ਮੈਂ ਯਕੀਨ ਨਾ ਕਰਦਾ ਤੇ ਨੁਕਸਾਨ ਨਾ ਹੁੰਦਾ। ਉਹਨਾਂ ਵੱਡਾ ਦੋਸ਼ੀ ਜੰਗਾਂ ਦਾ ਔਰੰਗਜ਼ੇਬ ਨੂੰ ਆਖਿਆ ਹੈ, ਤੁਸੀਂ ਕਿਵੇਂ ਬਾਣੀ ਝੁਠਲਾ ਦੋਗੇ? ਨਾਦਾਨਮ ਕੇ ਈ ਮਰਦ ਰੋਹ ਬਾਹਾ ਪੇਚ ਵਗਰ ਹਰਗਿਜ਼ੀ ਰਹਿਨ ਯਾਰਦ ਬਹੇਚ। ਉਹ ਕਹਿੰਦੇ ਤੂੰ ਲੂੰਬੜ ਹੈ, ਤੂੰ ਧਰਮੀ ਨਹੀਂ ਔਰੰਗਜ਼ੇਬ, ਤੇਰੇ ਢਿੱਡ ਵਿੱਚ ਕੁਝ ਹੋਰ, ਜ਼ੁਬਾਨ ਤੇ ਕੁਝ ਹੋਰ ਹੈ। ਮੈਂ ਕਦੇ ਵੀ ਲੜਾਈ ਦੇ ਰਸਤੇ ਤੇ ਨਾ ਚੱਲਦਾ ਜੇ ਤੂੰ ਮੈਨੂੰ ਧੋਖਾ ਨਾ ਦਿੰਦਾ। ਅਗਲਾ ਸ਼ੇਰ ਫਿਰ ਕਹਿੰਦੇ ਨੇ ਕਿ ਅਜ਼ਬਸਤ ਇਨਸਾਫੋਂ ਈ ਪਰਵਰੀ ਕਿ ਹੈ ਫਸਤ ਸਦ ਹੈਫ ਈ ਸਰਵਰੀ। ਉਹ ਤੂੰ ਰਾਜਾ ਹੈ ਦੇਸ਼ ਦਾ, ਅਜੀਬ ਜੀ ਤੇਰੀ ਧਰਮ ਦੀ ਪਾਲਣਾ ਹੈ। 100 ਵਾਰ ਅਫਸੋਸ ਹੈ ਤੇਰੇ ਰਾਜ ਤੇ, ਤੇਰੀ ਸਰਦਾਰੀ ਤੇ। ਤੂੰ ਜ਼ੁਲਮ ਕਰਦਾ ਹੈ ਫਕੀਰਾਂ ਤੇ। ਔਰ ਅੱਗੇ ਆਪਾਂ ਸਾਰਿਆਂ ਨੂੰ ਪਤਾ, ਵਜ਼ੀਰ ਖਾਨ ਨੇ ਸਾਹਿਬਜ਼ਾਦੇ ਸ਼ਹੀਦ ਕਰਵਾਏ। ਪਰ ਮਹਾਰਾਜ ਇੱਥੇ ਵੀ ਕਹਿੰਦੇ ਨੇ, ਤੇਰੇ ਹੁਕਮ ਦੇ ਵਿੱਚ ਹੀ ਵਜ਼ੀਰ ਖਾਨ ਨੇ ਮੇਰੇ ਸਾਹਿਬਜ਼ਾਦੇ ਸ਼ਹੀਦ ਕੀਤੇ। ਚਿਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤੇ ਚਾਰ ਕੇ ਬਾਕੀ ਬਹਿਮਾਦਸਤ ਪੇਚੀ ਦੇ ਮਾਰ। ਕੀ ਹੋਇਆ, ਤੂੰ ਮੇਰੇ 4 ਬੱਚੇ ਸ਼ਹੀਦ ਕਰ ਦਿੱਤੇ। ਮੇਰਾ ਕੁੰਡਲੀਆ ਸੱਪ ਖਾਲਸਾ ਜਿਉਂਦਾ ਏ, ਗੁਰੂ ਗੋਬਿੰਦ ਸਿੰਘ ਜਿਉਂਦਾ ਹੈ, ਦਿੱਲੀ ਦੇ ਤਖਤ ਨੂੰ ਚਕਨਾਚੂਰ ਕਰੇਗਾ। ਫਿਰ ਅੱਗੇ ਮਹਾਰਾਜ ਕਹਿੰਦੇ ਨੇ, ਸ਼ਹਿਨਸ਼ਾਹੇ ਔਰੰਗਜ਼ੇਬ ਆਲਮੀਨ ਕੇਦਾਰ ਆਏ ਦੌਰਸਤ ਦੂਰਸਤ ਦੀਨ। ਤੂੰ ਦੀਨ ਤੋਂ, ਧਰਮ ਤੋਂ ਦੂਰ ਹੈ, ਪਾਪ ਕਮਾਉਣਾ ਹੈ ਔਰੰਗਜ਼ੇਬ। 22 ਧਾਰੀਏ ਰਾਜਿਆਂ ਬਾਰੇ ਫਿਰ ਇੱਕ ਸ਼ੇਰ ਲਿਖਿਆ ਹੈ, ਮਨਮ ਕੁਸ਼ਤਹਮ ਕੋਹੀਆ ਬੁੱਤ ਪਰਸਤ ਕਿ ਆ ਬੁੱਤ ਪ੍ਰਸਤੰਦੋ ਮਨ ਬੁੱਤ ਸ਼ਿਕਸਤ। ਕਹਿੰਦੇ ਐ ਔਰੰਗਜ਼ੇਬ, ਇਹ 22 ਧਾਰੀਏ ਜਿਹੜੇ ਰਾਜੇ ਨੇ ਨਾ ਮੇਰੇ ਵਿਰੋਧ ਵਿੱਚ, ਪਤਾ ਕਿਉਂ ਨੇ? ਰਾਜਪੂਤ ਰਾਜੇ ਬੁੱਤਾਂ ਨੂੰ ਪੂਜਣ ਵਾਲੇ ਨੇ ਤੇ ਮੈਂ ਇਸ ਬੁੱਤ ਪੂਜਕ ਵਿਚਾਰ ਧਾੜਾ ਨੂੰ ਤੋੜਦਾ ਹਾਂ। ਬੁੱਤ ਜੜ ਹੈ, ਪੂਜਾ ਕਰਨੀ ਤੇ ਅਕਾਲ ਪੁਰਖ ਦੀ ਕਰੋ। ਬਾਕੀ ਸਾਰੇ ਜ਼ੁਲਮ ਦਾ ਠੀਕਰਾ ਔਰੰਗਜ਼ੇਬ ਤੇ ਪਾਤਸ਼ਾਹ ਨੇ ਭੰਨਿਆ ਹੈ। 22 ਧਾਰ ਦੇ ਰਾਜੇ ਉਹਨਾਂ ਗੁਲਾਮ ਪੰਛੀਆਂ ਵਰਗੇ ਸਨ ਜਿਹੜੇ ਪਿੰਜਰੇ 'ਚ ਲੰਮੇ ਸਮੇਂ ਤੋਂ ਰਹੇ। ਜਿਹੜਾ 5-6 ਦਿਨ ਪਿੰਜਰੇ 'ਚ ਪੰਛੀ ਰਵੇ, ਕੁੰਡੀ ਖੋਲੋ ਉਹ ਉੱਡ ਜਾਵੇਗਾ। ਜਿਹੜਾ 6 ਮਹੀਨੇ ਪੰਛੀ ਪਿੰਜਰੇ 'ਚ ਰਵੇ, ਕੁੰਡੀ ਖੋਲੋਗੇ ਤੁਹਾਨੂੰ ਹੀ ਚੁੰਝਾ ਮਾਰੇਗਾ। ਉਹਨੂੰ ਗੁਲਾਮੀ ਨਾਲ ਪਿਆਰ ਹੈ। ਇਹ ਰਜਵਾੜੇ ਗੁਲਾਮੀ ਦੀ ਰੋਟੀ ਖਾਂਦੇ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਔਰੰਗਜ਼ੇਬ ਦੇ ਜ਼ੁਲਮ ਦੇ ਖਿਲਾਫ ਤਲਵਾਰ ਉਠਾਈ, ਜਿਵੇਂ ਗਿਆਨ ਖੜਗ ਬਾਬਰ ਦੇ ਖਿਲਾਫ ਗੁਰੂ ਨਾਨਕ ਨੇ ਉਠਾਈ ਸੀ, ਗਿਆਨ ਦੀ ਲੜਾਈ। ਹੁਣ ਲੋਹ ਖੜਗ ਉਠਾਈ, ਕਿਉਂਕਿ ਪ੍ਰੇਮ ਦੀ ਭਾਸ਼ਾ ਔਰੰਗਜ਼ੇਬ ਨਹੀਂ ਸਮਝਦਾ। ਜਦੋਂ ਬਗਾਵਤ ਸ਼ੁਰੂ ਹੀ ਹੋਈ ਆਨੰਦਪੁਰ 'ਚੋਂ, ਔਰੰਗਜ਼ੇਬ ਦਾ ਐਲਾਨ ਸੀ, ਐ 22 ਧਾਰ ਦੇ ਰਾਜਿਓ, ਤੁਹਾਡੇ ਇਲਾਕੇ 'ਚੋਂ ਬਗਾਵਤ ਸ਼ੁਰੂ ਹੋਈ ਹੈ।
ਗੋਬਿੰਦ ਰਾਏ ਤੁਹਾਡਾ ਤਖਤ ਵੀ ਮੱਲੇਗਾ, ਦਿੱਲੀ ਵੱਲ ਨੂੰ ਵੀ ਆਵੇਗਾ। ਇਹ ਨਾ ਹੋਵੇ ਤੁਸੀਂ ਗੋਬਿੰਦ ਦੇ ਪੱਖ ਵਿੱਚ ਖਲੋ ਜਾਓ ਤੇ ਮੈਂ ਤੁਹਾਡੀ ਗੁਲਾਮੀ ਦੀ ਰੋਟੀ ਵੀ ਖੋਹ ਲਵਾਂ, ਤੁਹਾਨੂੰ ਮਾਰ ਦੇਵਾਂ। ਦੂਸਰਾ, ਆਪਣੇ ਤਖਤ ਦਾ ਵੀ ਰਾਜਿਆਂ ਨੂੰ ਡਰ ਹੈ, ਇਸ ਕਰਕੇ ਔਰੰਗਜ਼ੇਬ ਦੇ ਨਾਲ ਖਲੋਂਦੇ ਨੇ। ਤੋਂ ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿਹੜੇ ਕਹਿੰਦੇ ਨਾ 14 ਜੰਗਾਂ ਨਹੀਂ ਹੋਈਆਂ, ਕਦੇ ਇਤਿਹਾਸ ਪੜ੍ਹਿਓ। ਪਹਿਲਾ ਭੰਗਾਣੀ ਦਾ ਯੁੱਧ ਹੁੰਦਾ ਹੈ, ਜਿੱਥੇ 22 ਧਾਰ ਦੇ ਰਾਜੇ ਜੰਗ ਪਾਤਸ਼ਾਹ ਨਾਲ ਲੜਦੇ ਨੇ। ਹਯਾਤ ਖਾਂ ਤੇ ਨਜ਼ਾਬਤ ਖਾਨ ਮੁਗਲਿਆ ਸਲਤਨਤ ਵੱਲੋਂ ਜੰਗ ਲੜਨ ਆਏ ਨੇ। ਦੂਸਰੀ ਜੰਗ ਲੜੀ ਗਈ ਹੈ ਨਿਧਾਉਣ ਦੀ, ਅਲਫ ਖਾਂ ਵਰਗੇ ਮੁਗਲਾਂ ਵੱਲੋਂ ਆਏ ਨੇ, ਕਿਰਪਾਲ ਚੰਦ ਵਰਗੇ ਹਿੰਦੂਆਂ ਵੱਲੋਂ ਰਾਜੇ ਆਏ ਨੇ। ਇਸੇ ਤਰ੍ਹਾਂ ਹੀ ਗੁਲੇਰ ਦੀ ਜੰਗ ਹੈ। ਜਦੋਂ ਤੁਸੀਂ ਸਾਰਾ ਇਤਿਹਾਸ ਪੜ੍ਹਦੇ ਹੋ ਨਾ, ਤੁਹਾਨੂੰ ਸਮਝ ਆਵੇਗੀ ਵੀ 22 ਧਾਰ ਦੇ ਰਾਜੇ ਤੇ ਮੁਗਲ ਇਕੱਠੇ ਨੇ। ਸਿਰਫ 14 ਚੋਂ ਇੱਕ ਖਿਦਰਾਣੇ ਦੀ ਢਾਬ ਵਾਲਾ ਜੰਗ ਹੀ ਇਕੱਲੇ ਮੁਗਲ ਲੜਦੇ ਨੇ। ਬੈਟਲ ਆਫ ਬਿਗਾਨੀ ਪੜ੍ਹੋ, ਬੈਟਲ ਆਫ ਨੰਦੌਨ ਪੜ੍ਹੋ, ਬੈਟਲ ਆਫ ਗੁਲੇਰ ਪੜ੍ਹੋ, ਬੈਟਲ ਆਫ ਬਸੋਲੀ ਪੜ੍ਹੋ। ਕਦੇ ਵੇਰਵਾ ਲੈਣਾ ਹੋਇਆ ਤੇ ਵਿਹਲੇ ਟਾਈਮ ਆਪਾਂ ਜ਼ਿਕਰ ਕਰਾਂਗੇ। ਆਨੰਦਪੁਰ ਹੀ 4 ਤੋਂ 5 ਲੜਾਈਆਂ ਹੋਈਆਂ, ਚਮਕੌਰ ਦੀ ਗੜੀ ਲੜਾਈ ਹੋਈ, ਖਿਦਰਾਣੇ ਦੀ ਢਾਬ ਲੜਾਈ ਹੋਈ। ਇਹ ਬੜਾ ਲੰਬੇਰਾ ਇਤਿਹਾਸ ਹੈ। ਔਰ ਮੈਂ ਇੱਕ ਗੱਲ ਕਹਿ ਦੇਵਾਂ, ਦੋਵਾਂ ਤਰਫਾਂ ਤੋਂ ਹਵਾ ਚੱਲੀ ਸੀ, ਬ੍ਰਾਹਮਣ ਵੱਲੋਂ ਵੀ ਤੇ ਮੁਗਲ ਵੱਲੋਂ ਵੀ, ਸਿੱਖੀ ਦੇ ਦੀਵੇ ਨੂੰ ਬੁਝਾਉਣ ਲਈ। ਪਰ ਅਸੀਂ ਫਿਰ ਵੀ ਕਿਸੇ ਧਰਮ ਨਾਲ ਨਫ਼ਰਤ ਨਾ ਕੀਤੀ ਹੈ, ਨਾ ਕਰਨੀ ਹੈ। ਗੁਰੂ ਗੋਬਿੰਦ ਸਿੰਘ ਤੇ ਆਪ ਲਿਖਦੇ ਨੇ, ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ। ਗੁਰੂ ਅਰਜਨ ਸਾਹਿਬ ਆਪ ਲਿਖਦੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਿੱਖ ਕਿਸੇ ਧਰਮ ਦਾ ਦੁਸ਼ਮਣ ਨਹੀਂ। ਜਿਹੜਾ ਕਹਿ ਦੇਣਾ ਇਹ ਜਿਹੜਾ ਸਮਾਗਮ ਕਰਵਾਇਆ ਗਿਆ ਭਾਰਤ ਸਰਕਾਰ ਵੱਲੋਂ, ਇਹ ਸਰਕਾਰੀ ਸਮਾਗਮ ਹੈ ਜੀ, ਮੇਰੀ ਇੱਕ ਗੱਲ ਦਾ ਖਿਆਲ ਰੱਖਿਓ। ਜਿਸ ਦਿਨ ਭਾਰਤ ਸਰਕਾਰ ਦੇ ਸਮਾਗਮ 'ਚੋਂ ਇਹ ਗੱਲ ਚੱਲੇਗੀ ਵੀ ਜੰਝੂ ਪਹਿਨ ਲੈਣ ਸਿੱਖ, ਅਸੀਂ ਵਿਰੋਧ ਕਰਾਂਗੇ। ਜਿੰਨਾ ਚਿਰ ਭਾਰਤ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਜਗਤ ਦਾ ਰਹਿਬਰ ਕਹਿੰਦੀ ਹੈ, ਦੁਨੀਆ ਦਾ ਰੱਖਿਅਕ ਕਹਿੰਦੀ ਹੈ, ਸਨਾਤਨ ਮਤ ਨੂੰ ਬਚਾਉਣ ਵਾਲਾ ਕਹਿੰਦੀ ਹੈ, ਸਾਡੇ ਤੇ ਜੰਝੂ ਨਹੀਂ ਥੋਪਦੀ, ਸਾਡੇ ਪਿਓ ਦੇ ਸੋਹਲੇ ਗਾਉਂਦੀ ਹੈ ਤੇ ਅਸੀਂ ਨਾਲ ਹਾਂ। ਸਾਡੇ ਪਿਓ ਦੀ ਵਡਿਆਈ ਦੇਸ਼ਾਂ ਦਸ਼ੰਤਰਾਂ ਵਿੱਚ ਜਿਹੜਾ ਪਹੁੰਚਾਵੇਗਾ ਉਹਦੇ ਨਾਲ ਹਾਂ ਅਸੀਂ। ਜਿਹੜਾ ਸਾਡੇ ਤਖਤ ਢਾਵੇਗਾ, ਸਾਡੀ ਖਿਲਾਫਤ ਕਰੇਗਾ, ਉਹਦੇ ਵਿਰੋਧ ਵਿੱਚ ਹਾਂ। ਇੱਕ ਹੋਰ ਬੇਨਤੀ ਕਰ ਦੇਵਾਂ, ਜਿਹੜੇ ਕਹਿੰਦੇ ਨਾ ਜੀ ਇਹਨਾਂ ਸਟੇਜਾਂ ਤੋਂ ਪ੍ਰਬੰਧਕ ਕਹਿ ਦਿੰਦੇ ਨੇ ਜੀ ਇਹ ਕਥਾ ਕਰੋ, ਉਹ ਕਥਾ ਕਰੋ, ਵਿਚਾਰ ਲਈ ਖੁੱਲ੍ਹਾ ਸੱਦਾ ਹੈ। ਅਸੀਂ ਬਾਣੀ ਬਾਣੇ ਸਿਧਾਂਤ 'ਤੇ ਚੱਲਣ ਵਾਲੇ ਹਾਂ, ਨਾ ਕਿਸੇ ਪ੍ਰਬੰਧਕ ਦੇ ਕਹੇ ਵਿੱਚ ਚੱਲਦੇ ਹਾਂ। ਜੇ ਸਰਕਾਰਾਂ ਦੀ ਗੱਲ ਕਰਦੇ ਹੋ, ਜਿਸ ਦਿਨ ਭਾਰਤ ਵਰਸ਼ ਦੀ ਸਰਕਾਰ ਨੇ ਖੇਤੀ ਕਾਨੂੰਨ ਲਾਗੂ ਕੀਤੇ, ਇਸੇ ਬੰਗਲਾ ਸਾਹਿਬ ਦੀ ਸਟੇਜ ਤੋਂ ਦਾਸ ਨੇ ਪਹਿਲਾ ਵਿਰੋਧ ਕੀਤਾ ਹੈ। ਜਿਸ ਦਿਨ ਨਿਸ਼ਾਨ ਸਾਹਿਬ ਦਾ ਲਾਲ ਕਿਲੇ ਤੇ ਵਿਰੋਧ ਹੋਇਆ, ਇਸੇ ਸਟੇਜ ਤੋਂ ਦਾਸ ਨੇ ਕਿਹਾ ਜੇ ਨਿਸ਼ਾਨ ਸਾਹਿਬ ਨਾ ਝੂਲਿਆ ਹੁੰਦਾ ਤੇ ਅੱਜ ਤਿਰੰਗਾ ਨਾ ਝੂਲਦਾ। ਜੇ ਤੇ ਸਾਡੇ ਪਿਓ ਗੁਰੂ ਤੇਗ ਬਹਾਦਰ ਦੀ ਵਡਿਆਈ ਗਾਓਗੇ ਤੇ ਅਸੀਂ ਨਾਲ ਹਾਂ, ਜੇ ਸਾਡੇ ਤੇ ਕਿਸੇ ਹੋਰ ਧਰਮ ਦੇ ਚਿੰਨ੍ਹ ਥੋਪੋਗੇ ਤੇ ਅਸੀਂ ਵਿਰੋਧ ਵਿੱਚ ਹਾਂ। ਸਿੱਖ ਧਰਮ ਵੱਖਰਾ ਹੈ, ਰਵੇਗਾ ਸਿੱਖੀ ਪ੍ਰਫੁੱਲਤ ਹੈ, ਔਰ ਇਤਿਹਾਸ ਨੂੰ ਬਾਣੀ ਨੂੰ ਕੋਈ ਨਹੀਂ ਬਦਲ ਸਕਦਾ। ਬਾਕੀ ਦਾਸ ਵਿਚਾਰ ਲਈ ਖੁੱਲ੍ਹਾ ਸੱਦਾ ਦਿੰਦਾ ਹੁੰਦਾ ਸਾਰਿਆਂ ਨੂੰ, ਸਿਧਾਂਤਾਂ ਤੇ ਚੱਲੋ, ਖੰਡੇ ਦੀ ਪੌਲ ਛਕੋ, ਆਪਣੀ ਅੱਡਰੀ ਹਸਤੀ ਨੂੰ ਯਾਦ ਰੱਖੋ। ਨਾ 1984 ਭੁੱਲੋ ਤੇ ਨਾ ਹੀ ਮੁਗਲਿਆ ਸਲਤਨਤ ਦਾ ਹੋਇਆ ਜ਼ੁਲਮੀਆਂ ਰਾਜ ਸਿੱਖ ਜਗਤ ਤੇ ਕੀਤੇ ਹੋਏ ਜ਼ੁਲਮਾਂ ਨੂੰ ਭੁੱਲੋ। ਨਾ ਬ੍ਰਾਹਮਣ ਦੀ ਬਦਨੀਤੀ ਨੂੰ ਭੁੱਲੋ, ਨਾ ਮੁਗਲਾਂ ਦੀ ਬਦਨੀਤੀ ਨੂੰ ਭੁੱਲੋ। ਪੌਲ ਛਕੋ, ਖਾਲਸੇ ਦੇ ਚਿੰਨ੍ਹ ਧਾਰੋ, ਕੱਚ ਕੜਾ ਕਿਰਪਾਨ ਕੰਘੇ ਕੇਸ ਨੂੰ ਧਾਰ ਕੇ ਸਿੱਖੀ ਨੂੰ ਪ੍ਰਫੁੱਲਤ ਕਰੋ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਗੁਰੂ ਘਰੋਂ ਸੋਝੀ ਲਓ, ਜੀਵਨ ਸਫਲਾ ਹੋਵੇ।